ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਬਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ। ਕੈਨੇਡਾ ਦੇ ਲੀਡਰ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਭਾਰਤ ਸਰਕਾਰ ਦੇ ਰਵੱਈਏ ਨੂੰ ਦੱਸਿਆ ਗਲਤ। ਅਲਬਰਟਾ ਵਾਸੀ ਹੋ ਜਾਣ ਸਾਵਧਾਨ, ਨਿਯਮ ਤੋੜਨ ਤੇ ਦੇਣੇ ਪੈਣਗੇ $1000। ਸਭ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਘੁੰਮਣ ਜਾਣ ਵਾਲਿਆਂ ਦੀ ਪਸੰਦ ਹੈ ਕੈਨੇਡਾ। ਕੈਨੇਡਾ ਦੇ ਸੂਬਿਆਂ ਵੱਲੋਂ ਕਰੋਨਾ ਟੀਕੇ ਦੇ ਲਈ ਤਿਆਰੀ, ਦੱਸੇ ਆਪਣੇ ਇਸ ਬਾਰੇ ਪਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਜੋ ਕੋਵਿਡ-19 ਦੀ ਮੌਜੂਦਾ ਸਥਿਤੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਵੱਖ-ਵੱਖ ਜੋ ਹਿੱਸੇ ਨੇ ਕੈਨੇਡਾ ਦੇ ਉੱਥੋਂ ਕਿੰਨੇ ਕੋਵਿਡ ਕੇਸਿਸ ਰਿਪੋਰਟ ਹੋਏ ਨੇ, ਕਿੰਨੇ ਰਿਕਵਰਡ ਹੋਏ ਨੇ, ਕਿੰਨੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਹੈ, ਉਹ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਕੈਨੇਡਾ ਕੇਸਿਸ ਓਵਰਵਿਊ ਵੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਇਸ ਖਬਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕੋਵਿਡ-19 ਦੇ ਕਿੰਨੇ ਮਾਮਲੇ ਸਾਹਮਣੇ ਆਏ ਨੇ। ਓਨਟਾਰੀਓ ਦੇ ਵਿੱਚ 18000 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਅਤੇ 29 ਤੋਂ ਜ਼ਿਆਦਾ ਮੌਤਾਂ ਵੀ ਇੱਥੇ ਇਸ ਵਾਇਰਸ ਕਾਰਨ ਹੋਈਆਂ ਨੇ। ਇੱਥੇ ਕੁੱਲ 1822 ਮਾਮਲੇ ਰਿਪੋਰਟ ਹੋਏ। ਹੁਣ ਤੱਕ 95876 ਲੋਕ ਇੱਥੇ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ, ਜਾਣੀ ਕਿ ਰਿਕਵਰਡ ਕੇਸਿਸ ਹਨ। ਪਿਛਲੇ 24 ਘੰਟਿਆਂ ਦੇ ਵਿੱਚ 55086 ਟੈਸਟ ਕੀਤੇ ਗਏ। 519 ਕੇਸ 40 ਤੋਂ 59 ਏਜ ਗਰੁੱਪ ਦੇ, 258 19 ਸਾਲ ਤੇ ਇਸ ਤੋਂ ਯੰਗ ਏਜ ਦੇ ਹਨ। ਟੋਰਾਂਟੋ ਤੋਂ 566 ਅਤੇ ਪੀਲ ਰੀਜਨ ਤੋਂ 516 ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਇੱਥੇ 28 ਦਿਨਾਂ ਦੇ ਲਈ ਮੁੜ ਤੋਂ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ, ਜਾਣੀ ਕਿ 28 ਦਿਨਾਂ ਦਾ ਲਾਕਡਾਊਨ ਕੀਤਾ ਗਿਆ ਹੈ, ਜਿੱਥੇ ਨਾਨ ਐਸੈਂਸ਼ੀਅਲ ਬਿਜ਼ਨਸ ਨੂੰ ਬੰਦ ਰੱਖਿਆ ਗਿਆ ਹੈ। ਉਸ ਦੇ ਬਾਵਜੂਦ ਵੀ ਇਹਨਾਂ ਕੇਸਿਸ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਓਨਟਾਰੀਓ ਦੇ ਵਿੱਚ ਹਸਪਤਾਲਾਂ 'ਚ 595 ਪੇਸ਼ੈਂਟਸ ਨੇ, ਇਹਨਾਂ ਚੋਂ 155 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਤੋਂ 1480 ਕੇਸ ਸਾਹਮਣੇ ਆਏ ਤੇ ਨਾਲ ਦੀ ਨਾਲ 37 ਮੌਤਾਂ ਵੀ ਇੱਥੇ ਹੋਈਆਂ ਨੇ। 11716 ਕਿਊਬੈਕ ਦੇ ਵਿੱਚ ਐਕਟਿਵ ਕੇਸਿਸ ਨੇ, ਰਿਕਵਰਡ ਕੇਸਿਸ 1179 ਨੇ। 678 ਲੋਕ ਇਸ ਸਮੇਂ ਹਸਪਤਾਲ ਦੇ ਅੰਦਰ ਹਨ ਤੇ ਜਿਨ੍ਹਾਂ ਦੇ ਵਿੱਚੋਂ 93 ਇੰਟੈਂਸਿਵ ਕੇਅਰ ਅਧੀਨ ਹਨ। ਉਧਰ ਮੌਂਟਰੀਅਲ ਤੋਂ ਵੀ 429 ਕੇਸ ਸਾਹਮਣੇ ਆਏ ਹਨ। ਮੈਨੀਟੋਬਾ ਤੋਂ 487 ਕੇਸ ਰਿਪੋਰਟ ਹੋਏ ਹਨ ਤੇ ਇੱਥੇ 44 ਲੋਕ ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 3,63,000 ਦੇ ਲਗਭਗ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,971 ਦੇ ਕਰੀਬ ਮੌਤਾਂ ਇੱਥੇ ਹੋ ਚੁੱਕੀਆਂ ਨੇ ਤੇ ਨਾਲ ਦੀ ਨਾਲ 2,90,000 ਦੇ ਕਰੀਬ ਇੱਥੇ ਠੀਕ ਹੋਣ ਵਾਲੇ ਮਰੀਜ਼, ਜਾਣੀ ਕਿ ਰਿਕਵਰਡ ਕੇਸਿਸ ਹਨ। ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ, ਜਿੱਥੇ ਅਮਰੀਕਾ ਮੈਕਸੀਕਨ ਬਾਰਡਰ ਤੋਂ ਕਈ ਪ੍ਰਵਾਸੀ ਬੱਚਿਆਂ ਨੂੰ ਫੜਿਆ ਗਿਆ ਹੈ ਤੇ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਇਸ ਦੇ ਮੁਤਾਬਕ 6 ਦਿਨਾਂ ਦੇ ਅੰਦਰ 1000 ਬੱਚਿਆਂ ਨੂੰ ਇੱਥੋਂ ਫੜਿਆ ਗਿਆ ਹੈ। ਸੋ ਸਰਕਾਰੀ ਅੰਕੜੇ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ। 18 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਦੀ ਇਹ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ। ਬਾਕੀ ਇਨਫੋਰਮੇਸ਼ਨ ਡਿਟੇਲ ਦੇ ਵਿੱਚ ਤੁਹਾਨੂੰ ਇਸ ਖਬਰ 'ਚ ਦੱਸਾਂਗੇ। ਅਮਰੀਕਾ ਮੈਕਸੀਕੋ ਬਾਰਡਰ ਨੇੜਿਓਂ 6 ਦਿਨਾਂ ਦੇ ਵਿੱਚ 1000 ਪ੍ਰਵਾਸੀ ਬੱਚਿਆਂ ਨੂੰ ਫੜਿਆ ਗਿਆ। ਇਹ ਫਿਗਰ ਅਮਰੀਕਾ ਦੀ ਇੱਕ ਅਦਾਲਤ ਨੂੰ ਦਿੱਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਹੈ, ਜਿਸ ਵਿੱਚ ਦੱਸਿਆ ਗਿਆ ਕਿ ਮੈਕਸੀਕੋ ਦੀ ਸਰਹੱਦ ਕੋਲ ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਦੇ 6 ਦਿਨਾਂ ਦੌਰਾਨ ਲਗਭਗ 1000 ਅਣਪਛਾਤੇ ਪ੍ਰਵਾਸੀ ਬੱਚਿਆਂ ਨੂੰ ਫੜਿਆ ਹੈ। ਏਜੰਸੀ ਦੇ ਹਾਇਰ ਆਫੀਸਰ ਮਾਰਕ ਮੋਰਗਨ ਅਨੁਸਾਰ 18 ਨਵੰਬਰ ਤੋਂ 23 ਨਵੰਬਰ ਤੱਕ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ 997 ਪ੍ਰਵਾਸੀਆਂ ਤੇ ਕਾਰਵਾਈ ਕੀਤੀ ਹੈ। ਇਹ ਉਹ ਪ੍ਰਵਾਸੀ ਨੇ ਜਿਹੜੇ ਕਿ ਮਾਪਿਆਂ ਜਾਂ ਫਿਰ ਲੀਗਲ ਗਾਰਡੀਅਨਸ ਤੋਂ ਬਿਨਾਂ ਯਾਤਰਾ ਕਰ ਰਹੇ ਸਨ, ਜਦਕਿ 8 ਸਤੰਬਰ ਤੋਂ ਬਾਅਦ 9900 ਤੋਂ ਵੱਧ ਅਣਪਛਾਤੇ ਬੱਚਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਮੋਰਗਨ ਵੱਲੋਂ ਇਹਨਾਂ ਅੰਕੜਿਆਂ ਦਾ ਖੁਲਾਸਾ ਡੀਸੀ ਸਰਕਟ ਅਦਾਲਤ ਵੱਲੋਂ ਟਰੰਪ ਪ੍ਰਸ਼ਾਸਨ ਦੀ ਇੱਕ ਲੋਅਰ ਕੋਰਟ ਦੇ ਆਦੇਸ਼ ਨੂੰ ਸਸਪੈਂਡ ਕਰਨ ਦੇ ਹਿੱਸੇ ਵਜੋਂ ਕੀਤਾ, ਜੋ ਇਸ ਸਮੇਂ ਬਾਰਡਰ ਆਫੀਸਰ ਨੂੰ ਬਿਨਾਂ ਸੁਣਵਾਈ ਜਾਂ ਸ਼ੈਲਟਰ ਦੀ ਜਾਂਚ ਤੋਂ ਬਿਨਾਂ ਗੈਰ ਕਾਨੂੰਨੀ ਪ੍ਰਵਾਸੀ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਤੋਂ ਰੋਕਦਾ ਹੈ। ਦੱਸ ਦਈਏ ਕਿ ਪਿਛਲੇ ਬੁੱਧਵਾਰ ਨੂੰ ਵਾਸ਼ਿੰਗਟਨ ਦੇ ਵਿੱਚ ਅਮਰੀਕਾ ਦੀ ਡਿਸਟ੍ਰਿਕਟ ਕੋਰਟ ਦੇ ਜੱਜ ਐਮੇਟ ਸਲੀਵਨ ਨੇ ਫੈਸਲਾ ਦਿੱਤਾ ਕਿ ਟਰੰਪ ਪ੍ਰਸ਼ਾਸਨ ਦੁਆਰਾ ਸਰਹੱਦ ਪਾਰ ਕਰਕੇ ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਵਾਲਾ ਕਾਨੂੰਨ ਇਸ ਪੈਂਡੇਮਿਕ ਦੌਰਾਨ ਵੀ ਇਕੱਲੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਅਧਿਕਾਰ ਨਹੀਂ ਦਿੰਦਾ ਹੈ।
ਲਾਸ ਐਂਜਲਸ ਦੇ ਵਿੱਚ ਹੁਣ ਕੋਵਿਡ-19 ਦੇ ਚਲਦਿਆਂ ਪਾਬੰਦੀਆਂ ਲੱਗਣ ਜਾ ਰਹੀਆਂ ਨੇ। 30 ਨਵੰਬਰ ਤੋਂ ਜਾਣੀ ਕਿ ਸੋਮਵਾਰ ਤੋਂ ਇਹ ਪਾਬੰਦੀਆਂ ਲਾਗੂ ਹੋਣਗੀਆਂ। ਇਸ ਦੇ ਵਿੱਚ ਕੀ ਖੁੱਲ੍ਹਾ ਰਹੇਗਾ, ਕੀ ਬੰਦ ਰਹੇਗਾ, ਇਹ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਪਰ ਦੱਸ ਦਈਏ ਕਿ ਲਗਾਤਾਰ LA ਵਾਸੀਆਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿਣ। ਜੇਕਰ ਕੋਈ ਜ਼ਰੂਰੀ ਕੰਮ ਹੈ ਤਦ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਮਾਸਕ ਜਿਹੜਾ ਹੈ ਉਸ ਨੂੰ ਲਾਜ਼ਮੀ ਤੌਰ ਦੇ ਉੱਪਰ ਪਹਿਨਿਆ ਜਾਵੇ। ਲਾਸ ਐਂਜਲਸ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਹੁਣ ਨਵੀਆਂ ਪਾਬੰਦੀਆਂ ਲੱਗਣਗੀਆਂ। 3 ਨਵੰਬਰ ਤੋਂ ਇਹ ਲਾਗੂ ਹੋਣ ਜਾ ਰਹੀਆਂ ਨੇ। ਕੋਵਿਡ-19 ਦਾ ਜੋ ਪ੍ਰਭਾਵ ਜਾਣੀ ਕਿ ਇਫੈਕਟ ਅਮਰੀਕਾ ਦੇ ਉੱਪਰ ਹੈ ਉਸ ਨੂੰ ਕੰਟਰੋਲ ਕਰਨਾ ਕਾਫੀ ਅਹਿਮ ਹੈ। ਅਜਿਹੇ 'ਚ ਹੁਣ ਲਾਸ ਐਂਜਲਸ ਅੰਦਰ 3 ਨਵੰਬਰ ਤੋਂ ਨਵੀਆਂ ਪਾਬੰਦੀਆਂ ਜਾਣੀ ਕਿ ਰਿਸਟ੍ਰਿਕਸ਼ਨਸ ਲੱਗ ਜਾਣਗੀਆਂ। ਅਮਰੀਕਾ 'ਚ ਲਾਸ ਐਂਜਲਸ ਸੂਬੇ ਅੰਦਰ ਕਰੋਨਾ ਵਾਇਰਸ ਖਤਮ ਕਰਨ ਦੇ ਲਈ ਇੱਕ ਕਦਮ ਚੁੱਕਿਆ ਗਿਆ ਹੈ। ਇੱਥੇ 3 ਹਫ਼ਤਿਆਂ ਤੱਕ ਘਰਾਂ ਦੇ ਵਿੱਚ ਸੁਰੱਖਿਅਤ ਤਰੀਕੇ ਦੇ ਨਾਲ ਰਹਿਣ ਦਾ ਹੁਕਮ ਦਿੱਤਾ ਗਿਆ ਹੈ, ਜੋ 3 ਨਵੰਬਰ ਭਾਵ ਕਿ ਸੋਮਵਾਰ ਤੋਂ ਸ਼ੁਰੂ ਹੋਵੇਗਾ। ਅਮਰੀਕਾ ਦੇ ਹਾਈਲੀ ਪੋਪੂਲੇਟਡ ਇਸ ਸੂਬੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਕੇਸਿਸ ਜ਼ਿਆਦਾ ਸਾਹਮਣੇ ਆ ਰਹੇ ਸਨ ਅਤੇ ਇਸ ਪੈਂਡੇਮਿਕ ਦੇ ਨਾਲ ਹੁਣ ਤੱਕ ਲਗਭਗ 3.90 ਲੱਖ ਲੋਕ ਇਫੈਕਟ ਹੋਏ ਨੇ। ਇੱਥੇ ਅਪਰੋਕਸੀਮੇਟਲੀ ਰੋਜ਼ਾਨਾ 4750 ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਬਲਿਕ ਹੈਲਥ ਡਿਪਾਰਟਮੈਂਟ ਨੇ ਟਵੀਟ ਕਰਕੇ ਇਹ ਟੈਂਪਰੇਰੀ ਆਰਡਰ 3 ਨਵੰਬਰ ਸੋਮਵਾਰ ਤੋਂ ਲਾਗੂ ਕੀਤੇ ਜਾਣ ਦੀ ਗੱਲ ਕਹੀ ਹੈ ਅਤੇ 3 ਹਫ਼ਤਿਆਂ ਤੱਕ ਇਹ ਜਾਰੀ ਰਹਿਣਗੇ। ਇਹਨਾਂ ਨਵੇਂ ਹੁਕਮਾਂ ਦੇ ਤਹਿਤ ਦੁਕਾਨਾਂ, ਜਿਮ, ਲਾਇਬ੍ਰੇਰੀਜ਼ ਅਤੇ ਮਿਊਜ਼ੀਅਮ ਦੇ ਵਿੱਚ ਵੱਖ-ਵੱਖ ਲਿਮਿਟੇਸ਼ਨਸ ਤੈਅ ਕੀਤੀਆਂ ਗਈਆਂ ਨੇ, ਜਦਕਿ ਰੈਸਟੋਰੈਂਟ, ਬਾਰ, ਸ਼ਰਾਬ ਦੀ ਭੱਠੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਤੇ ਲਗਾਤਾਰ ਹਮੇਸ਼ਾ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸ ਨਵੇਂ ਹੁਕਮ ਦੇ ਤਹਿਤ ਰਿਲੀਜੀਅਸ ਫੰਕਸ਼ਨਸ ਅਤੇ ਪ੍ਰੋਟੈਸਟ ਦੀ ਇਜਾਜ਼ਤ ਹੈ, ਪਰ ਹੋਰ ਸਾਰੇ ਪਬਲਿਕ ਅਤੇ ਪਰਸਨਲ ਫੰਕਸ਼ਨਸ ਦੇ ਉੱਪਰ ਪਾਬੰਦੀ ਲਗਾਈ ਗਈ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਰਿਕਾਰਡ ਤੋੜ ਮਾਮਲਿਆਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ। ਅਜਿਹੇ ਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਹੁਣ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਜਾਣੀ ਦਸੰਬਰ ਮਹੀਨੇ ਦੇ ਵਿੱਚ ਇਹ ਅੰਕੜਾ ਵੱਧ ਸਕਦਾ ਹੈ। ਇਹ ਨੰਬਰ ਜਿਹੜੇ ਨੇ ਉਹ ਵੱਧ ਸਕਦੇ ਨੇ। ਸੋ ਇਸ ਰਿਪੋਰਟ ਦੇ ਵਿੱਚ ਹੋਰ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰ ਨਾਲ ਹੀ ਇੱਥੇ ਦੱਸ ਦਈਏ ਕਿ ਜੋ ਹਾਲਾਤ ਕੋਵਿਡ-19 ਦੇ ਚੱਲਦਿਆਂ ਅਮਰੀਕਾ 'ਚ ਬਣੇ ਹੋਏ ਨੇ ਉਹਨਾਂ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਜ਼ਰੂਰੀ ਹੈ। ਇੱਕ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ USA ਦੇ ਵਿੱਚ ਦਸੰਬਰ ਤੱਕ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਅਮਰੀਕਾ ਅਜਿਹਾ ਦੇਸ਼ ਹੈ ਜਿੱਥੇ ਕਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਸਥਿਤੀ ਨੂੰ ਕਾਬੂ ਕਰਨਾ ਬੇहद ਲਾਜ਼ਮੀ ਹੈ। ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਸੰਬੰਧ ਦੇ ਵਿੱਚ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਭਵਿੱਖਬਾਣੀ ਅਨੁਸਾਰ ਦੇਸ਼ ਦੇ ਵਿੱਚ ਕਰੋਨਾ ਵਾਇਰਸ ਮੌਤਾਂ ਦੀ ਗਿਣਤੀ ਦਸੰਬਰ ਦੇ ਅੱਧ ਤੱਕ 3,21,000 ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ ਉਸ ਸਮੇਂ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਹਸਪਤਾਲਾਂ 'ਚ ਵੀ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਅਮਰੀਕਾ 'ਚ ਹੈਲੋਵੀਨ ਤੋਂ ਬਾਅਦ ਹਸਪਤਾਲਾਂ ਅੰਦਰ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਲਈ ਸ਼ਿਕਾਗੋ ਦੀ ਰਸ਼ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿੱਚ ਇੱਕ ਕੋਵਿਡ-19 ਟ੍ਰਾਇਲ ਏਰੀਆ ਸਥਾਪਿਤ ਕੀਤਾ ਗਿਆ ਤਾਂ ਜੋ ਥੈਂਕਸਗਿਵਿੰਗ ਤੋਂ ਬਾਅਦ ਉਮੀਦ ਕੀਤੇ ਜਾ ਰਹੇ ਵਾਇਰਸ ਦੇ ਵਾਧੇ ਨਾਲ ਨਜਿੱਠਿਆ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਸਿਹਤ ਅਧਿਕਾਰੀ ਅਗਲੇ 2 ਹਫ਼ਤਿਆਂ ਵਿੱਚ ਹਸਪਤਾਲਾਂ 'ਚ ਬਿਸਤਰਿਆਂ ਦੀ ਕਮੀ ਦੀ ਉਮੀਦ ਕਰ ਰਹੇ ਹਨ। ਸੋ ਲਗਾਤਾਰ ਅਮਰੀਕਾ ਅੰਦਰ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ। ਆਏ ਦਿਨ ਰਿਕਾਰਡ ਤੋੜ ਮਾਮਲੇ ਰਿਪੋਰਟ ਹੋ ਰਹੇ ਨੇ। ਨਾਲ ਦੀ ਨਾਲ ਜਿਹੜਾ ਮੌਤਾਂ ਦਾ ਅੰਕੜਾ ਹੈ ਉਹ ਵੀ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੇ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਇਸ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਵਿੱਚ ਆਪਣੇ ਫੌਜੀ ਅੱਡੇ ਬੰਦ ਕੀਤੇ ਗਏ ਨੇ। ਅਮਰੀਕਾ ਨੇ ਆਪਣੇ 10 ਫੌਜੀ ਅੱਡਿਆਂ ਨੂੰ ਅਫਗਾਨਿਸਤਾਨ ਦੇ ਵਿੱਚ ਬੰਦ ਕੀਤਾ। ਹਾਲਾਂਕਿ ਅਜੇ ਵੀ ਇੱਥੇ ਵਾਇਓਲੇਸ਼ਨ ਦੇਖਣ ਨੂੰ ਮਿਲ ਰਹੀ ਹੈ, ਪਰ ਇਸ ਦੇ ਚੱਲਦਿਆਂ ਵੀ ਇਹ ਫੈਸਲਾ ਲੈ ਲਿਆ ਗਿਆ ਹੈ। ਤੇ ਹੁਣ ਤੱਕ ਅਫਗਾਨਿਸਤਾਨ ਦੇ ਵਿੱਚ ਕੁੱਲ ਕਿੰਨੇ ਅਮਰੀਕਾ ਦੇ ਫੌਜੀ ਅੱਡੇ ਨੇ ਇਸ ਦੇ ਬਾਰੇ ਜਾਣਕਾਰੀ ਤਾਂ ਨਹੀਂ ਹਾਸਿਲ ਹੋਈ। ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਵਿੱਚ 10 ਫੌਜੀ ਅੱਡੇ ਬੰਦ ਕੀਤੇ ਗਏ ਹਨ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਵਾਇਓਲੇਸ਼ਨ ਦੇ ਵਿੱਚ ਕਮੀ ਨਹੀਂ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਆਪਣੀ ਫੌਜ ਨੂੰ ਹੌਲੀ-ਹੌਲੀ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਅਮਰੀਕਾ ਨੇ ਹੁਣ ਆਪਣੇ 10 ਫੌਜੀ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ। 10 ਸਾਲ ਪਹਿਲੇ ਅਮਰੀਕਾ ਨੇ ਇੱਥੇ ਸੈਂਕੜੇ ਫੌਜੀ ਅੱਡੇ ਬਣਾਏ ਸਨ, ਪਰ ਹੁਣ ਇਹ ਘਟ ਕੇ ਕੁਝ ਦਰਜਨ ਹੀ ਰਹਿ ਗਏ ਨੇ। ਹਾਲਾਂਕਿ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਕਿੰਨੇ ਫੌਜੀ ਅੱਡੇ ਹਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਅਮਰੀਕਾ ਨੇ ਅਜਿਹੇ ਸੂਬਿਆਂ ਦੇ ਵਿੱਚ ਵੀ ਫੌਜੀ ਅੱਡੇ ਬੰਦ ਕੀਤੇ ਹਨ ਜਿੱਥੇ ਅਜੇ ਵੀ ਹਿੰਸਾ ਜਾਣੀ ਕਿ ਵਾਇਓਲੇਸ਼ਨ ਚੱਲ ਰਹੀ ਹੈ। ਜਿਨ੍ਹਾਂ 10 ਥਾਵਾਂ ਤੇ ਇਹਨਾਂ ਨੂੰ ਬੰਦ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਹੈਲਮੰਡ,
ਕਾਬੂਲ ਅਤੇ ਕੁੰਦੁਜ ਦੇ ਫੌਜੀ ਅੱਡੇ ਵੀ ਸ਼ਾਮਲ ਹਨ। ਅਮਰੀਕੀ ਫੌਜ ਨੇ ਆਪਣੀਆਂ ਸਾਰੀਆਂ ਬੱਸਾਂ ਅਫਗਾਨ ਫੌਜੀਆਂ ਨੂੰ ਦੇ ਦਿੱਤੀਆਂ ਨੇ ਅਤੇ ਕੁਝ ਨੂੰ ਸੀਲ ਕਰ ਦਿੱਤਾ ਹੈ। ਅਮਰੀਕੀ 5 ਜਨਵਰੀ ਤੱਕ 5000 ਫੌਜੀਆਂ ਨੂੰ ਘਟਾ ਕੇ ਇਹ ਗਿਣਤੀ 2500 ਕਰਨਾ ਚਾਹੁੰਦੇ ਹਨ। ਹੌਲੀ-ਹੌਲੀ ਫੌਜ ਦੀ ਵਾਪਸੀ ਅਮਰੀਕਾ ਦੇ ਤਾਲਿਬਾਨ ਦੇ ਨਾਲ ਹੋਏ ਸਮਝੌਤੇ ਦੀ ਪ੍ਰਮੁੱਖ ਸ਼ਰਤ ਸੀ। ਇਹ ਸਮਝੌਤਾ ਫਰਵਰੀ ਦੇ ਵਿੱਚ ਹੋਇਆ ਸੀ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਐਕਟਿੰਗ ਯੂਨਾਈਟਿਡ ਸਟੇਟ ਸੈਕਟਰੀ ਆਫ ਡਿਫੈਂਸ ਕ੍ਰਿਸਟੋਫਰ ਮਿਲਰ ਨੇ ਕਿਹਾ ਸੀ ਕਿ 15 ਜਨਵਰੀ ਤੱਕ ਅਮਰੀਕਾ ਆਪਣੀ ਫੌਜ ਦੀ ਗਿਣਤੀ 5000 ਤੋਂ ਘਟਾ ਕੇ 2500 ਕਰ ਦੇਵੇਗਾ। ਅਜਿਹੇ 'ਚ ਪੂਰੀ ਫੌਜ ਦੀ ਵਾਪਸੀ ਮਈ ਤੱਕ ਹੋਣ ਦੀ ਸੰਭਾਵਨਾ ਹੈ। ਜਾਰਜੀਆ ਦੇ ਐਕੁਆਰੀਅਮ ਦੀ ਸਭ ਤੋਂ ਵੱਡੀ ਵੇਲ ਸ਼ਾਰਕ ਮਛਲੀ ਦੀ ਮੌਤ ਹੋ ਗਈ ਹੈ। ਸੋ ਇਹ ਜਾਣਕਾਰੀ ਉਹਨਾਂ ਵੱਲੋਂ ਐਕੁਆਰੀਅਮ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ 2006 ਦੇ ਵਿੱਚ ਇਸ ਮਛਲੀ ਨੂੰ ਐਕੁਆਰੀਅਮ ਦੇ ਵਿੱਚ ਲਿਆਂਦਾ ਗਿਆ ਸੀ। ਨਾਲ ਹੀ ਦੱਸ ਦਈਏ ਕਿ ਇਹ ਉਹ ਮਛਲੀ ਦੀ ਨਸਲ ਹੈ ਜੋ ਕਿ ਖਤਮ ਹੋਣ ਦੇ ਕੰਢੇ ਦੇ ਉੱਪਰ ਹੈ ਤੇ ਨਾਲ ਦੀ ਨਾਲ ਹੁਣ ਜਿਹੜੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਉਸ ਦੇ ਮੁਤਾਬਕ ਅਜਿਹੀਆਂ ਉਹਨਾਂ ਦੇ ਕੋਲ ਐਕੁਆਰੀਅਮ ਦੇ ਵਿੱਚ 3 ਮਛਲੀਆਂ ਨੇ। ਜਾਰਜੀਆ ਦੇ ਐਕੁਆਰੀਅਮ ਦੀ ਸਭ ਤੋਂ ਵੱਡੀ ਫੀਮੇਲ ਵੇਲ ਸ਼ਾਰਕ ਹੁਣ ਦੁਨੀਆ ਵਿੱਚ ਨਹੀਂ ਰਹੀ। ਇਸ ਵੇਲ ਸ਼ਾਰਕ ਦਾ ਨਾਮ ਟ੍ਰਿਕਸੀ ਸੀ। ਐਟਲਾਂਟਾ ਦੇ ਜਾਰਜੀਆ ਮੱਛੀ ਘਰ ਜਾਣੀ ਕਿ ਐਕੁਆਰੀਅਮ ਦੀ ਸਭ ਤੋਂ ਵੱਡੀ ਫੀਮੇਲ ਵੇਲ ਸ਼ਾਰਕ ਦੀ ਮੌਤ ਹੋ ਗਈ ਹੈ। ਇਸ ਐਕੁਆਰੀਅਮ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ 2006 ਤੋਂ ਇਸ ਐਕੁਆਰੀਅਮ ਦੇ ਵਿੱਚ ਰਹਿ ਰਹੀ ਟ੍ਰਿਕਸੀ ਦੀ ਮੌਤ ਹੋ ਗਈ ਹੈ। 2006 ਦੇ ਵਿੱਚ ਟ੍ਰਿਕਸੀ ਨਾਮ ਦੀ ਵੇਲ ਸ਼ਾਰਕ ਇਸ ਐਕੁਆਰੀਅਮ ਦੇ ਵਿੱਚ ਆਈ ਸੀ। ਇਸ ਮਛਲੀ ਘਰ ਜਾਣੀ ਕਿ ਐਕੁਆਰੀਅਮ ਨੇ ਕਿਹਾ ਕਿ ਉਸ ਨੂੰ ਦਿਨ ਵਿੱਚ ਆਉਣ ਜਾਣ 'ਚ ਮੁਸ਼ਕਿਲ ਹੋ ਰਹੀ ਸੀ, ਫਿਰ ਉਸ ਦੀ ਸਿਹਤ ਖਰਾਬ ਹੋ ਗਈ। ਡਾਕਟਰੀ ਅਤੇ ਦੇਖਭਾਲ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ। ਇਸ ਦੇ ਬਾਵਜੂਦ ਵੀ ਇਸ ਮਛਲੀ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਉਸ ਦੀ ਮੌਤ ਹੋ ਗਈ। ਦੁਨੀਆ 'ਚ ਸਭ ਤੋਂ ਵੱਡੀ ਮੱਛੀ ਵੇਲ ਸ਼ਾਰਕ ਦੀ ਗ੍ਰੇ ਰੰਗ ਦੀ ਚਮੜੀ ਅਤੇ ਸਫੇਦ ਘੇਰੇ ਪਾਏ ਜਾਂਦੇ ਹਨ। ਇਹ ਮੈਕਸੀਕੋ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਸਮੇਤ ਦੁਨੀਆ ਭਰ ਦੇ ਟ੍ਰੋਪੀਕਲ ਰੀਜਨਸ ਦੇ ਵਿੱਚ ਰਹਿੰਦੀ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਰੈੱਡ ਲਿਸਟ ਆਫ ਥ੍ਰੈਟਨਡ ਸਪੀਸੀਜ਼ ਮੁਤਾਬਕ ਇਹ ਨਸਲ ਅਲੋਪ ਹੋਣ ਦੇ ਕੰਢੇ ਮੰਨੀ ਜਾ ਰਹੀ ਹੈ। ਦੱਸੀਏ ਕਿ ਇਸ ਸਮੇਂ ਇੱਥੇ ਜਾਰਜੀਆ ਦੇ ਐਕੁਆਰੀਅਮ ਦੇ ਵਿੱਚ 3 ਹੋਰ ਵੇਲ ਸ਼ਾਰਕ ਹਨ। 26/11 ਹਮਲੇ ਬਾਰੇ ਵਿੱਚ ਅਮਰੀਕਾ ਦਾ ਵੱਡਾ ਐਲਾਨ ਹੋਇਆ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਇਸ ਦੇ ਨਾਲ ਸੰਬੰਧਿਤ ਸੂਚਨਾ ਦਿੰਦਾ ਹੈ ਤਾਂ ਫਿਰ ਉਹਨਾਂ ਨੂੰ ਇਸ ਦੇ ਲਈ ਜੋ ਇਨਾਮ ਹੈ ਉਹ ਦਿੱਤਾ ਜਾਏਗਾ। ਉਸ ਦੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ ਕਿ ਕਿੰਨਾ ਇਨਾਮ ਦੇਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ਦੱਸ ਦਈਏ ਕਿ ਜੋ 12ਵੀਂ ਐਨੀਵਰਸਰੀ 26/11 ਹਮਲੇ ਦੀ ਸੀ, ਉਸ ਦੇ ਲਈ ਪ੍ਰਦਰਸ਼ਨ ਅਮਰੀਕਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਹੱਥਾਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਬੈਨਰਸ ਫੜੇ ਗਏ ਜਿਹੜੇ ਪ੍ਰੋਟੈਸਟ ਕਰ ਰਹੇ ਸੀ, ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਆਤੰਕਵਾਦ ਦੇ ਖਿਲਾਫ ਇਕਜੁੱਟ ਹੋਣ ਦੀ ਜ਼ਰੂਰਤ ਹੈ ਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਇਹਨਾਂ ਬੈਨਰਸ ਦੇ ਉੱਪਰ ਲਿਖੀਆਂ ਹੋਈਆਂ ਸੀ। ਹੁਣ ਅਮਰੀਕਾ 26/11 ਹਮਲੇ ਦੇ ਸਾਜ਼ਿਸ਼ਕਰਤਾ ਦੀ ਸੂਚਨਾ ਦੇਣ ਵਾਲੇ ਨੂੰ $50 ਲੱਖ ਦਾ ਇਨਾਮ ਦੇਵੇਗਾ। ਮੁੰਬਈ ਹਮਲੇ ਦੇ 12 ਸਾਲ ਬਾਅਦ ਅਮਰੀਕਾ ਨੇ ਇਹ ਐਲਾਨ ਕੀਤਾ ਹੈ ਕਿ 2008 ਦੇ ਵਿੱਚ ਹੋਏ 26/11 ਹਮਲੇ 'ਚ ਲਸ਼ਕਰ-ਏ-ਤੈਯਬਾ ਮੈਂਬਰ ਸਾਜਿਦ ਮੀਰ ਦੀ ਭੂਮਿਕਾ ਸੰਬੰਧੀ ਸੂਚਨਾ ਦੇਣ ਵਾਲੇ ਨੂੰ $50 ਲੱਖ ਦਾ ਇਨਾਮ ਦਿੱਤਾ ਜਾਵੇਗਾ। ਨਿਊਜ਼ ਏਜੰਸੀ ਮੁਤਾਬਕ ਅਮਰੀਕਾ ਦੇ ਇੱਕ ਅਧਿਕਾਰੀ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਜਿਦ ਮੀਰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਦਾ ਮੈਂਬਰ ਹੈ ਅਤੇ ਮੁੰਬਈ ਦੇ ਵਿੱਚ ਹੋਏ 2008 ਹਮਲੇ ਦੇ ਵਿੱਚ ਲੋੜਿੰਦਾ ਹੈ। ਇਹਨਾਂ ਹਮਲਿਆਂ ਦੇ ਵਿੱਚ ਉਸ ਦੀ ਭੂਮਿਕਾ ਦੇ ਚੱਲਦਿਆਂ ਉਸ ਨੂੰ ਕਿਸੇ ਵੀ ਦੇਸ਼ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਸੂਚਨਾ ਦੇਣ ਵਾਲੇ ਨੂੰ $50 ਲੱਖ ਇਨਾਮ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਵਾਸੀ ਪਾਰਟੀਆਂ ਵੱਲੋਂ 26/11 ਮੁੰਬਈ ਹਮਲੇ ਦੀ 12ਵੀਂ ਐਨੀਵਰਸਰੀ ਮੌਕੇ ਪਾਕਿਸਤਾਨੀ ਦੂਤਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਗੁਨਾਹਗਾਰਾਂ ਨੂੰ ਸਖਤ ਸਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਸੀ। ਪਾਰਟੀ ਮੂਲ ਦੇ ਅਮਰੀਕੀਆਂ ਨੇ ਬੈਨਰ ਅਤੇ ਪੋਸਟਰ ਲੈ ਕੇ ਪਾਕਿਸਤਾਨੀ ਮਿਸ਼ਨ ਦੇ ਬਾਹਰ ਠੰਡ ਦੇ ਬਾਰਿਸ਼ ਦੇ ਬਾਵਜੂਦ ਪ੍ਰਦਰਸ਼ਨ ਕੀਤਾ। ਇਹਨਾਂ ਪੋਸਟਰਾਂ ਦੇ ਉੱਪਰ ਪਾਕਿਸਤਾਨ ਅੱਤਵਾਦ ਬੰਦ ਕਰੋ, ਅੱਤਵਾਦ ਖਿਲਾਫ ਇਕਜੁੱਟ ਹੋ ਜਾਵੋ, ਅੱਤਵਾਦ ਨੂੰ ਨਾ ਕਹੋ ਅਤੇ ਸਾਨੂੰ ਇਨਸਾਫ ਚਾਹੀਦਾ ਹੈ, ਇਸ ਤਰ੍ਹਾਂ ਦੇ ਨਾਅਰੇ ਇਹਨਾਂ ਬੈਨਰਸ ਦੇ ਉੱਪਰ ਲਿਖੇ ਹੋਏ ਸਨ। ਅਲਬਰਟਾ ਵਾਸੀ ਸਾਵਧਾਨ ਹੋ ਜਾਣ ਕਿਉਂਕਿ ਜੇਕਰ ਕੋਵਿਡ-19 ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਤਾਂ ਫਿਰ ਇਸ ਵਾਸਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਜੀ ਹਾਂ, ਜੇਕਰ ਤੁਸੀਂ ਕੋਵਿਡ-19 ਦੇ ਰੂਲਸ ਨੂੰ ਬ੍ਰੇਕ ਕਰਦੇ ਹੋ ਤਾਂ ਇਸ ਦੇ ਵਾਸਤੇ $1000 ਤੁਹਾਨੂੰ ਅਦਾ ਕਰਨੇ ਪੈਣਗੇ। ਅਲਬਰਟਾ ਸਰਕਾਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਦਿਖਾਈ ਦੇ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ, ਜੇਕਰ ਉਹਨਾਂ ਨੂੰ ਤੋੜਿਆ ਜਾਂਦਾ ਹੈ ਤਾਂ ਇਸ ਦੇ ਵਾਸਤੇ ਉਹਨਾਂ ਵੱਲੋਂ ਇੱਕ ਸਟ੍ਰਿਕਟ ਐਕਸ਼ਨ ਲਿਆ ਜਾਏਗਾ। ਸੋ ਇਹ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਦੱਸ
ਦੱਸ ਦਈਏ ਕਿ ਅਲਬਰਟਾ ਦੇ ਵਿੱਚ ਮੁੜ ਤੋਂ ਪਾਬੰਦੀਆਂ ਲਗਾਈਆਂ ਗਈਆਂ, ਜਿੱਥੇ ਇੰਡੋਰ ਗੈਦਰਿੰਗ ਨੂੰ ਬੈਨ ਕੀਤਾ ਗਿਆ ਹੈ। ਸਿਰਫ ਜੋ ਇੱਕ ਘਰ ਵਿੱਚ ਰਹਿੰਦੇ ਨੇ ਉਹੀ ਇੰਡੋਰ ਗੈਦਰਿੰਗ ਕਰ ਸਕਦੇ ਨੇ। ਆਊਟਡੋਰ ਗੈਦਰਿੰਗ ਦੇ ਵਾਸਤੇ ਜੋ ਮੈਕਸਿਮਮ ਲਿਮਿਟ ਹੈ ਉਹ 10 ਜਾਣਿਆਂ ਦੀ ਰੱਖੀ ਗਈ ਹੈ। ਅਲਬਰਟਾ ਵਾਸੀ ਹੁਣ ਸਾਵਧਾਨ ਹੋ ਜਾਣ, ਕਿਉਂਕਿ ਜੇਕਰ ਇੱਥੇ ਕੋਵਿਡ-19 ਦੇ ਰੂਲਸ ਤੋੜੇ ਗਏ ਤਾਂ ਫਿਰ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਅਲਬਰਟਾ ਸਰਕਾਰ ਵੱਲੋਂ ਹੁਣ ਸਖਤੀ ਦਿਖਾਈ ਜਾ ਰਹੀ ਹੈ। ਕੋਵਿਡ-19 ਦੇ ਰੂਲਸ ਨੂੰ ਲਾਗੂ ਕਰਨ ਬਾਰੇ ਇਹ ਕਾਫੀ ਸੀਰੀਅਸ ਨਜ਼ਰ ਆ ਰਹੇ ਹਨ। ਜੇਕਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ $1000 ਤੱਕ ਦਾ ਫਾਈਨ ਦੇਣਾ ਪਵੇਗਾ। ਇੱਥੇ ਪੀਸ ਆਫੀਸਰਸ ਦੀ ਵੀ ਗਿਣਤੀ ਵਧਾਈ ਗਈ ਹੈ। 700 ਪੀਸ ਆਫੀਸਰਸ ਦੀ ਭਰਤੀ ਕੀਤੀ ਗਈ ਹੈ ਤੇ 69 ਲੈਵਲ 2 ਦੇ ਆਫੀਸਰਸ ਨੇ। ਜਸਟਿਸ ਮਿਨਿਸਟਰ ਕੇਸੀ ਮਾਡੂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪ੍ਰੋਵਿੰਸ ਟੈਂਪਰੇਰੀ ਪੀਸ ਆਫੀਸਰਸ ਦੀ ਗਿਣਤੀ ਵਿੱਚ ਵਾਧਾ ਕਰ ਰਿਹਾ ਹੈ, ਜੋ ਪਬਲਿਕ ਹੈਲਥ ਰੂਲਸ ਤੋੜਨ ਵਾਲਿਆਂ ਨੂੰ ਜੁਰਮਾਨਾ ਲਗਾਉਣਗੇ। ਦੱਸ ਦਈਏ ਕਿ ਅਲਬਰਟਾ ਦੇ ਵਿੱਚ ਕੋਵਿਡ-19 ਦੇ ਕੇਸਿਸ ਨੂੰ ਦੇਖਦਿਆਂ ਮੁੜ ਤੋਂ ਪਾਬੰਦੀਆਂ ਲਗਾਈਆਂ ਗਈਆਂ ਨੇ। ਇੱਥੇ ਇੰਡੋਰ ਗੈਦਰਿੰਗਸ ਦੇ ਉੱਪਰ ਵੀ ਰੋਕ ਲਗਾਈ ਗਈ ਹੈ ਅਤੇ ਆਊਟਡੋਰ ਗੈਦਰਿੰਗਸ ਦੀ ਵੀ ਲਿਮਿਟ 10 ਮੈਕਸਿਮਮ ਰੱਖੀ ਗਈ ਹੈ। ਇੰਡੋਰ ਗੈਦਰਿੰਗਸ ਸਿੰਗਲ ਹਾਊਸਹੋਲਡ ਜਾਣੀ ਕਿ ਇੱਕੋ ਘਰ 'ਚ ਰਹਿਣ ਵਾਲੇ ਹੀ ਕਰ ਸਕਦੇ ਨੇ ਤੇ ਜੇਕਰ ਕੋਈ ਇਸ ਦਾ ਉਲੰਘਣ ਕਰੇਗਾ ਤਾਂ ਉਸ ਨੂੰ $1000 ਫਾਈਨ ਦੇਣਾ ਪਵੇਗਾ। ਕੈਲਗਰੀ ਪੁਲਿਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤੱਕ ਇਸ ਦੇ ਚੱਲਦਿਆਂ 38 ਫਾਈਨਸ ਲਗਾਏ ਜਾ ਚੁੱਕੇ ਹਨ। ਕੈਨੇਡਾ ਦੇ ਐਮਪੀ ਅਤੇ ਵਿਧਾਇਕ ਵੀ ਜੋ ਕਿਸਾਨ ਨੇ ਭਾਰਤ ਦੇ ਵਿੱਚ ਅੰਦੋਲਨ ਕਰ ਰਹੇ ਉਹਨਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ। ਕੱਲ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਅੱਜ ਵੀ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਅਜਿਹੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਕਿਸਾਨਾਂ ਵੱਲੋਂ ਆਪਣਾ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਨੂੰ ਸਪੋਰਟ ਕਰਦੇ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਦੀ ਜੇਕਰ ਗੱਲ ਕਰੀਏ, ਉਹਨਾਂ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਪੰਜਾਬ ਦੇ ਕਿਸਾਨਾਂ ਦੇ ਨਾਲ ਉਹ ਖੜੇ ਨੇ ਤੇ ਸਰਕਾਰ ਦਾ ਜੋ ਉਹਨਾਂ ਦੇ ਸ਼ਾਂਤੀਪੂਰਵਕ ਅੰਦੋਲਨ ਦੇ ਉੱਪਰ ਰਵੱਈਆ ਹੈ ਉਹ ਕਾਫੀ ਜ਼ਿਆਦਾ ਜੋ ਉਸ ਦੇ ਵਿੱਚ ਵਾਇਲੈਂਸ ਦੇਖਣ ਨੂੰ ਮਿਲ ਰਹੀ ਹੈ। ਬਾਕੀ ਕਿਹਨਾਂ ਵੱਲੋਂ ਟਵੀਟ ਕੀਤੇ ਗਏ ਨੇ, ਕਿਹਨਾਂ ਵੱਲੋਂ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਸਪੋਰਟ ਦਿਖਾਈ ਗਈ ਹੈ, ਉਹ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਡੀਟੇਲ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਦੇ ਪੋਲੀਟੀਕਲ ਲੀਡਰਸ ਵੀ ਹੁਣ ਭਾਰਤ ਦੇ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਭਾਰਤ ਦੇ ਵਿੱਚ ਹੋ ਰਹੇ ਫਾਰਮਰਸ ਪ੍ਰੋਟੈਸਟ ਦੇ ਹੱਕ ਦੇ ਵਿੱਚ ਕੈਨੇਡਾ ਦੇ ਐਮਪੀ ਅਤੇ ਵਿਧਾਇਕ ਵੀ ਆਏ ਹਨ। ਹੁਣ ਇਹ ਲਿਸਟ ਲੰਬੀ ਹੁੰਦੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਹੈ। ਇਸ ਟਵੀਟ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਭਾਰਤ ਸਰਕਾਰ ਦਾ ਜੋ ਵਾਇਲੈਂਸ ਵਾਲਾ ਰਵੱਈਆ ਸੀ, ਜੋ ਪੀਸਫੁਲੀ ਪ੍ਰੋਟੈਸਟ ਕਰ ਰਹੇ ਕਿਸਾਨ ਸੀ, ਉਹਨਾਂ ਦੇ ਉੱਪਰ ਕਾਫੀ ਭਿਆਨਕ ਸੀ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ, ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਅਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਨਾਲ ਹਨ। ਓਨਟਾਰੀਓ ਤੋਂ ਆਪੋਜੀਸ਼ਨ ਲੀਡਰ ਐਂਡਰੀਆ ਹਾਰਵਥ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਕਿਸ ਮੈਂਬਰ ਪਾਰਲੀਮੈਂਟ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਗੱਲ ਕਹੀ ਗਈ ਹੈ। ਨਿਊਫਾਊਂਡਲੈਂਡ ਤੋਂ ਮੈਂਬਰ ਪਾਰਲੀਮੈਂਟ ਜੈਕ ਹੈਰਿਸ, ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਈ, ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰੀ ਤੋਂ ਵਿਧਾਇਕ ਰਚਨਾ ਸਿੰਘ, ਓਨਟਾਰੀਓ ਤੋਂ ਵਿਧਾਇਕ ਕੇਵਿਨ ਯਾਰਡ, ਬਰੈਂਪਟਨ ਵੈਸਟ ਤੋਂ ਵਿਧਾਇਕ ਅਮਰਜੋਤ ਸੰਧੂ ਵੱਲੋਂ ਵੀ ਫਾਰਮਰ ਪ੍ਰੋਟੈਸਟ ਦਾ ਸਮਰਥਨ ਕੀਤਾ ਗਿਆ ਹੈ। ਐਨਡੀਪੀ ਵਿਧਾਇਕ ਗੁਰਰਤਨ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਉਹਨਾਂ ਨੇ ਬੋਲਦਿਆਂ ਇਸ ਮੌਕੇ ਤੇ ਕੀ ਕਿਹਾ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Farmers are the backbone of our society. They feed cities, and right now, farmers are under attack in India. Folks in my riding are concerned about new laws that are passed by the Indian government that are going to hurt farmers in Punjab, Haryana, and others across India. And that's why I'm asking all members of this House to come together to stand with farmers against these unjust laws by the Indian government so farmers in India can live with the respect and dignity that they deserve. Thank you, Speaker. ਕੈਨੇਡਾ ਹੁਣ ਸਾਰਿਆਂ ਦੀ ਪਹਿਲੀ ਪਸੰਦ ਬਣਿਆ ਹੈ। ਇੱਕ ਰਿਪੋਰਟ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ, ਨਿਕਲ ਕੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਲੋਕ ਵੀ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਉਹਨਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਇਸ ਦੇ ਵਿੱਚ ਭਾਰਤ ਦਾ ਨਾਮ ਵੀ ਸ਼ਾਮਿਲ ਹੈ ਤੇ ਬਾਕੀ ਹੋਰ ਵੀ ਕਈ ਕੰਟਰੀਜ਼ ਨੇ ਜਿਨ੍ਹਾਂ ਦਾ ਨਾਮ ਇਸ ਸੂਚੀ ਦੇ ਵਿੱਚ ਸ਼ਾਮਿਲ ਹੋਇਆ ਹੈ, ਜੋ ਚਾਹਨਾ ਰੱਖਦੇ ਨੇ ਕਿ ਕੈਨੇਡਾ ਆ ਕੇ ਘੁੰਮਣ ਜਾਂ ਫਿਰ ਉੱਥੇ ਸੈਟਲ ਹੋ ਜਾਣ। ਸੋ ਅਜਿਹੇ ਦੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਇੱਕ ਸੂਚੀ, ਇੱਕ ਲਿਸਟ ਤਿਆਰ ਕੀਤੀ ਗਈ ਹੈ ਜੋ 100 ਕੰਟਰੀਜ਼
ਕੰਟਰੀਜ਼ ਲਗਭਗ ਉਹਨਾਂ ਦੇ ਉੱਪਰ ਅਧਿਐਨ ਕੀਤਾ ਗਿਆ, ਜਿਸ ਦੇ ਵਿੱਚ ਕੈਨੇਡਾ ਪਹਿਲੇ ਨੰਬਰ ਦੇ ਉੱਪਰ ਤੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਦੇਸ਼ ਨੇ ਇਸ ਸੂਚੀ ਦੇ ਉੱਪਰ ਆਏ ਨੇ। ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਅਮਰੀਕਾ ਦਾ ਇਸ ਲਿਸਟ ਦੇ ਵਿੱਚ ਨੰਬਰ 9ਵਾਂ ਹੈ। ਕੈਨੇਡਾ ਬਾਰੇ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ। ਇਸ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਇਸ ਸਮੇਂ ਲੋਕ ਆਉਣ ਦੀ ਵੱਧ ਚਾਹਤ ਰੱਖਦੇ ਹਨ, ਜਾਣੀ ਕਿ ਕੈਨੇਡਾ ਮੋਸਟ ਪਪੂਲਰ ਡੈਸਟੀਨੇਸ਼ਨ ਬਣਿਆ ਹੋਇਆ ਹੈ। ਇਸ ਰਿਪੋਰਟ ਦੇ ਵਿੱਚ ਲਗਭਗ 100 ਕੰਟਰੀਜ਼ ਬਾਰੇ ਅਧਿਐਨ ਕੀਤਾ ਗਿਆ। ਸੂਚੀ ਦੇ ਵਿੱਚ ਕੈਨੇਡਾ ਨੇ 29 ਦੇਸ਼ਾਂ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ 13 ਦੇਸ਼ਾਂ ਦੇ ਨਾਲ ਜਾਪਾਨ ਦੂਸਰੇ ਨੰਬਰ ਦੇ ਉੱਪਰ ਹੈ। ਤੀਸਰੇ ਨੰਬਰ ਦੇ ਉੱਪਰ ਸਪੇਨ ਹੈ। ਇਸ ਲਿਸਟ ਦੇ ਵਿੱਚ ਯੂਨਾਈਟਿਡ ਸਟੇਟਸ ਦਾ ਨੰਬਰ 9ਵਾਂ ਹੈ। 100 ਇਮੀਗ੍ਰੇਸ਼ਨ ਆਪਸ਼ਨਸ ਦੇ ਨਾਲ ਕੈਨੇਡਾ ਜਾਣ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਅਜ਼ਰਬੈਜਾਨ, ਭਾਰਤ, ਪਾਕਿਸਤਾਨ ਅਤੇ ਕਤਰ ਦੇ ਵਿੱਚ ਕੈਨੇਡਾ ਆਉਣ ਦਾ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਦੇ ਵਿੱਚ ਕੋਈ ਸਰਪ੍ਰਾਈਜ਼ ਨਹੀਂ ਕਿ ਭਾਰਤ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਹੈ ਜੋ ਕੈਨੇਡਾ ਆਉਣ ਦੇ ਚਾਹਵਾਨ ਹਨ, ਕਿਉਂਕਿ ਪੀਆਰ ਦੇ ਵਿੱਚ ਕੁਆਟਰ ਹਿੱਸਾ ਇੰਡੀਅਨਸ ਦਾ ਹੀ ਹੈ। ਕੈਨੇਡਾ ਵੱਲੋਂ 100 ਡਿਫਰੈਂਟ ਇਮੀਗ੍ਰੇਸ਼ਨ ਪ੍ਰੋਗਰਾਮਸ ਆਫਰ ਕੀਤੇ ਜਾਂਦੇ ਹਨ ਤਾਂ ਕਿ ਇਮੀਗ੍ਰੈਂਟਸ ਇੱਥੇ ਆ ਸਕਣ। ਯੂਰਪੀਅਨ ਕੰਟਰੀਜ਼ ਦੇ ਵਿੱਚੋਂ ਬੈਲਜੀਅਮ, ਫਰਾਂਸ, ਆਇਰਲੈਂਡ ਅਤੇ ਯੂਨਾਈਟਿਡ ਕਿੰਗਡਮ ਨੂੰ ਕੈਨੇਡਾ ਜਾਣ ਦੇ ਵਿੱਚ ਕਾਫੀ ਇੰਟਰਸਟ ਹੈ। ਕੰਟੀਨੈਂਟਸ ਦੀ ਗੱਲ ਕਰੀਏ ਤਾਂ ਬੋਟਸਵਾਨਾ, ਘਾਨਾ, ਕੀਨੀਆ, ਮਦਾਗਾਸਕਰ, ਮੌਰੀਸ਼ੀਅਸ, ਨੀਬੀਆ, ਨਾਈਜੀਰੀਆ, ਸੇਸ਼ਲਸ, ਸਾਊਥ ਅਫਰੀਕਾ, ਟੰਜ਼ਾਨੀਆ, ਤੁਨੀਸੀਆ, ਜ਼ਾਂਬੀਆ ਅਤੇ ਜ਼ਿੰਬਾਬਵੇ ਦੇ ਵਿੱਚ ਕੈਨੇਡਾ ਜਾਣ ਦਾ ਕਾਫੀ ਜ਼ਿਆਦਾ ਉਤਸ਼ਾਹ ਹੈ। 3 ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਆਪਣੇ ਕੋਵਿਡ-19 ਵੈਕਸੀਨ ਨੂੰ ਲੈ ਕੇ ਦਾਅਵੇ ਕੀਤੇ, ਜਿਸ ਦੇ ਨਾਲ ਸਾਰੇ ਦੇਸ਼ਾਂ ਦੇ ਵਿੱਚ ਇੱਕ ਉਮੀਦ ਦੀ ਕਿਰਨ ਜ਼ਰੂਰ ਜਾਗੀ ਹੈ। ਕੈਨੇਡਾ ਦੀ ਜੇਕਰ ਗੱਲ ਕਰੀਏ ਤਾਂ ਪ੍ਰੋਵਿੰਸਿਸ ਦੇ ਵੱਲੋਂ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਕੋਵਿਡ-19 ਟੀਕਾ ਹੈ ਉਸ ਦੀ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਕੀਤੀ ਜਾਣੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੱਲ੍ਹ ਬੋਲਦਿਆਂ ਇਹ ਗੱਲ ਕਹੀ ਗਈ ਸੀ, ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜੋ 2021 ਸੈਪਟੈਂਬਰ ਦੇ ਵਿੱਚ ਮੈਜੋਰਿਟੀ ਆਫ ਕੈਨੇਡੀਅਨਸ ਨੂੰ ਇਹ ਵੈਕਸੀਨ ਦਾ ਟੀਕਾ ਲਗਾ ਦਿੱਤਾ ਜਾਏਗਾ ਤੇ ਉਮੀਦ ਇਹ ਕੀਤੀ ਜਾ ਰਹੀ ਹੈ ਜੋ ਪਹਿਲਾ ਬੈਚ ਜਿਹੜਾ ਉਹਨਾਂ ਵੱਲੋਂ ਆਰਡਰ ਕੀਤਾ ਹੈ ਉਹ ਜੋ 2021 ਦੀ ਸ਼ੁਰੂਆਤ ਦੇ ਵਿੱਚ ਜਾਣੀ ਸਾਲ ਦੇ ਸ਼ੁਰੂ ਦੇ ਵਿੱਚ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਪ੍ਰੋਵਿੰਸਿਸ ਨੇ ਉਹਨਾਂ ਵੱਲੋਂ ਵੀ ਇਸ ਨੂੰ ਲੈ ਕੇ ਯੋਜਨਾਵਾਂ ਬਣਾਉਣੀਆਂ ਜਾਣੀ ਕਿ ਪਲਾਨ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਕੀ ਉਹਨਾਂ ਵੱਲੋਂ ਪਲਾਨ ਤਿਆਰ ਕੀਤੇ ਨੇ ਉਹ ਤੁਹਾਨੂੰ ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਫੈਡਰਲ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਨੂੰ ਵੰਡਣ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ 2021 ਦੇ ਫਰਸਟ ਕੁਆਰਟਰ ਦੌਰਾਨ 6 ਮਿਲੀਅਨ ਡੋਜ਼ਸ ਕੈਨੇਡਾ ਨੂੰ ਮਿਲ ਜਾਣਗੀਆਂ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਾਟੋ ਕਮਾਂਡਰ ਮੇਜਰ ਜਨਰਲ ਡੈਨੀ ਫੋਰਟਨ ਨੂੰ ਨੈਸ਼ਨਲ ਡਿਸਟ੍ਰੀਬਿਊਸ਼ਨ ਐਫਰਟ ਨੂੰ ਲੀਡ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰੋਵਿੰਸਿਸ ਵੀ ਪਲਾਨ ਕਰਨ ਦੇ ਵਿੱਚ ਲੱਗ ਗਏ ਹਨ। ਨੋਵਾ ਸਕੋਟੀਆ ਪ੍ਰੋਵਿੰਸ ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਨੇ ਕਿਹਾ ਕਿ ਜਦੋਂ ਹੀ ਓਟਵਾ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਉਹ ਆਪਣਾ ਡਿਸਟ੍ਰੀਬਿਊਸ਼ਨ ਪਲਾਨ ਰਿਲੀਜ਼ ਕਰਨਗੇ। ਕਿਊਬੈਕ ਦੇ ਸੀਨੀਅਰ ਪੋਲੀਟੀਸ਼ੀਅਨ ਨੇ ਕਿਹਾ ਹੈ ਕਿ ਜਨਵਰੀ 1 ਤੋਂ ਵੈਕਸੀਨ ਪਲਾਨ ਨੂੰ ਰੋਲ ਆਊਟ ਕਰਨਾ ਸ਼ੁਰੂ ਕੀਤਾ ਜਾਵੇਗਾ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਓਟਵਾ ਤੋਂ ਡਿਟੇਲਡ ਇਨਫੋਰਮੇਸ਼ਨ ਦੀ ਮੰਗ ਕੀਤੀ ਹੈ। ਇਸ ਵੈਕਸੀਨ ਦੀ ਡਿਲੀਵਰੀ ਬਾਰੇ ਉਹਨਾਂ ਨੂੰ ਉਮੀਦ ਹੈ ਕਿ ਪਲਾਨ ਸਾਲ ਦੇ ਆਖਿਰ ਤੱਕ ਡਿਵੈਲਪ ਕਰ ਲਿਆ ਜਾਵੇਗਾ। ਐਲਬਰਟਾ ਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ 6,80,000 ਕੋਵਿਡ ਵੈਕਸੀਨ ਡੋਜ਼ਸ ਮਿਲ ਜਾਣਗੀਆਂ। ਦੱਸੀਏ ਕਿ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਗੱਲ ਕਹੀ ਗਈ ਕਿ 2021 ਸੈਪਟੈਂਬਰ ਦੇ ਵਿੱਚ ਜ਼ਿਆਦਾਤਰ ਕੈਨੇਡੀਅਨਸ ਜਾਣੀ ਕਿ ਮੈਜੋਰਿਟੀ ਆਫ ਕੈਨੇਡੀਅਨਸ ਨੂੰ ਕੋਵਿਡ ਵੈਕਸੀਨ ਕੋਰੋਨਾ ਵਾਇਰਸ ਦਾ ਟੀਕਾ ਲੱਗ ਜਾਵੇਗਾ। ਉਹਨਾਂ ਵੱਲੋਂ ਵੱਖ-ਵੱਖ ਕੋਵਿਡ-19 ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਡੀਲ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਨੂੰ ਇਹ ਵੈਕਸੀਨ ਕਦੋਂ ਮਿਲਦੀ ਹੈ, ਇਸ ਦੇ ਡੋਜ਼ਸ ਕਦੋਂ ਮਿਲਦੇ ਨੇ ਤੇ ਕਦੋਂ ਇਸ ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ। ਕੈਨੇਡਾ ਦੇ ਲੀਡਰ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਭਾਰਤ ਸਰਕਾਰ ਦੇ ਰਵੱਈਏ ਨੂੰ ਦੱਸਿਆ ਗਲਤ। ਐਲਬਰਟਾ ਵਾਸੀ ਹੋ ਜਾਣ ਸਾਵਧਾਨ, ਨਿਯਮ ਤੋੜਨ ਤੇ ਦੇਣੇ ਪੈਣਗੇ $1,000। ਸਭ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਘੁੰਮਣ ਜਾਣ ਵਾਲਿਆਂ ਦੀ ਪਸੰਦ ਹੈ ਕੈਨੇਡਾ। ਕੈਨੇਡਾ ਦੇ ਸੂਬਿਆਂ ਵੱਲੋਂ ਕੋਰੋਨਾ ਟੀਕੇ ਦੇ ਲਈ ਤਿਆਰੀ, ਦੱਸੇ ਆਪਣੇ ਇਸ ਬਾਰੇ ਪਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।